तिनका जन्म मरण दुख नासा, तेरी बख्श न मिटै कोई, सतगुर का दिलासा। नाम त्यायन सुख फल पायन, आठ पहर आराध है। तेरी शरण तेरा परवास, पंच दुष्ट लै साध है। ज्ञान ध्यान किछ कर्म न जाना, सार न जाना तेरी। सभ ते वड्डा सतगुर नानक, जिन काल राखी मेरी। ज्ञान ध्यान किछ कर्म न जाना, सार न जाना तेरी। सभ ते वड्डा सतगुर नानक, जिन काल राखी मेरी। वाहिगुरु जी का खालसा, वाहिगुरु जी की फतेह। जुगो जुग अटल सतगुरु श्री गुरु ग्रंथ साहिब जी महाराज जी की पवित्र हजूरी च जुड़ बैठी परम सन्मान योग सत्कार योग गुरु की साजी और नवाजी हुई गुरु का खास रूप गुरु खालसा साध संगत अमृत वेले तो गुरु चरना च हाजरियां भर के सतगुरां दी अमृतमयी धुर की बाणी श्री आसा जी दी वार दे शब्द कीर्तन रागी ਸਿੰਘਾਂ ਦੀ रसना तो बहुत ही अदब सत्कार सहित आप जी ने सरवण कीते ਹਨ। पातशाह ने अमृत वेले श्री मुखवाक दी दात बख्शिश कीती है। सब से ऊपर गुर शब्द विचार, सतगुरां दे शब्द दी विचार सर्वोत्तम कर्म है। आओ कुछ समय लिए मन बिरतियां एकाग्र करिए। पंचम पातशाह शहीदां दे सरताज सतगुरु श्री गुरु अर्जन देव साहिब जी महाराज जी दे पवित्र चरनां विच अपना ध्यान जोड़िए। गुरु चरनां विच अपनियां हाजरियां लवाओ। रसना करो पवित्र आखो जी सतनाम श्री वाहिगुरु साहिब जी। सतनाम श्री वाहिगुरु साहिब जी। सोही महला पंजवा, जिसके सिर ऊपर तू स्वामी, सो दुख कैसा पावै। सोही राग है। पंजवें पातशाह धन गुरु अर्जन देव साहिब जी का उच्चारण किया गया पवित्र श्री मुखवाक शब्द है। जिस दे सिर उत्ते हे स्वामी हे अकाल पुरख हे वाहिगुरु तू है, वो किवें किसी प्रकार का कोई दुख प्राप्त कर सकता है। इस पंक्ति दे पावन अखरी अर्थ ने। हुण कोई सवाल करे कि परमात्मा तो संसार दे सारे जीवां दे सिर उपर है, चाहे वह पापी ने पुन्नी ने धर्मी ने अधर्मी ने चोर ने साध ने
ਪਰਮੇਸ਼ਰ ਦਾ ਸਾਰਿਆਂ ਦੇ ਸਿਰਾਂ ਉੱਤੇ ਹੈ। ਤੇ ਜੇ ਉਹ ਵਾਹਿਗੁਰੂ ਪ੍ਰਮਾਤਮਾ ਸਾਰਿਆਂ ਦੇ ਸਿਰ ਉੱਤੇ ਹੈ ਤੇ ਫਿਰ ਕਿਉਂ ਲੋਕ ਦੁਖੀ ਹੁੰਦੇ ਨੇ, ਕਿਉਂ ਲੋਕਾਂ ਨੂੰ ਦੁੱਖ ਪ੍ਰਾਪਤ ਹੋ ਰਹੇ ਨੇ? ਇੱਥੇ ਤਾਂ ਪੰਜਵੇਂ ਪਾਤਸ਼ਾਹ ਕਹਿੰਦੇ ਜਿਹਦੇ ਸਿਰ ਉੱਤੇ ਤੁਸੀਂ ਹੋ ਉਹਨੂੰ ਕੋਈ ਦੁੱਖ ਪ੍ਰਾਪਤ ਨਹੀਂ ਹੁੰਦਾ। ਖਾਲਸਾ ਜੀ ਦਾ ਮਤਲਬ ਹੈ ਅਕਾਲ ਪੁਰਖ ਹੈ ਤਾਂ ਸਾਰਿਆਂ ਦੇ ਸਿਰਾਂ ਉੱਤੇ, ਪਰ ਜਿਸ ਨੇ ਇਸ ਗੱਲ ਨੂੰ ਮਾਣ ਲਿਆ, ਆਪਣੇ ਅੰਦਰ ਅਨੁਭਵ ਕਰ ਲਿਆ, ਜਾਣ ਲਿਆ ਕਿ ਪ੍ਰਮਾਤਮਾ ਸਾਡੇ ਸਿਰ ਉੱਤੇ ਆ, ਉਹਨੂੰ ਦੁੱਖ ਪ੍ਰਾਪਤ ਨਹੀਂ ਹੁੰਦਾ। ਹੈ ਤਾਂ ਸਾਰਿਆਂ ਦੇ ਸਿਰਾਂ ਉੱਤੇ ਹੈ, ਪਰ ਜਿਹੜਾ ਪਾਪੀ ਮਨੁੱਖ ਹੈ ਉਹਨੂੰ ਇਸ ਗੱਲ ਦਾ ਅਨੁਭਵ ਨਹੀਂ ਕਿ ਪਰਮੇਸ਼ਰ ਮੇਰੇ ਸਿਰ ਉੱਤੇ ਹੈ। ਉਹ ਰੱਜ ਕੇ ਪਾਪ ਕਰਦਾ, ਉਹ ਕਹਿੰਦਾ ਮੈਨੂੰ ਕਿਹੜਾ ਕੋਈ ਵੇਖਦਾ। ਅਧਰਮੀ ਬੰਦਾ ਅਧਰਮ ਕਮਾਉਂਦਾ, ਰੱਜ ਕੇ ਅਧਰਮ ਕਮਾਉਂਦਾ, ਉਹਨੂੰ ਇਹ ਭੁਲੇਖਾ ਹੈ ਕਿ ਰੱਬ ਕਿਹੜਾ ਮੈਨੂੰ ਵੇਖਦਾ। ਹੈ ਤਾਂ ਉਹਦੇ ਸਿਰ ਉੱਤੇ ਵੀ ਹੈ ਨਾ, ਪਰ ਉਹਨੂੰ ਇਸ ਗੱਲ ਦਾ ਅਨੁਭਵ ਨਹੀਂ ਹੈ। ਜਿਨ੍ਹਾਂ ਨੇ ਗੁਰੂ ਦੀ ਕਿਰਪਾ ਨਾਲ ਇਸ ਗੱਲ ਨੂੰ ਅਨੁਭਵ ਕਰ ਲਿਆ, ਜਾਣ ਲਿਆ ਕਿ ਪ੍ਰਮਾਤਮਾ ਸਾਡੇ ਸਾਰਿਆਂ ਦੇ ਸਿਰਾਂ ਉੱਤੇ ਹੈ, ਉਹ ਅਕਾਲ ਪੁਰਖ ਦਾ ਹੱਥ ਸਾਡੇ ਸਿਰ ਉੱਤੇ ਹੈ, ਉਹ ਫਿਰ ਦੁੱਖ ਨਹੀਂ ਪਾਉਂਦਾ। ਕਿਸੇ ਵੀ ਪ੍ਰਕਾਰ ਦਾ ਦੁੱਖ ਉਹਨੂੰ ਫਿਰ ਨਹੀਂ ਵਿਆਪਦਾ, ਨਾ ਜਨਮ ਦਾ ਨਾ ਮਰਨ ਦਾ। ਸਭ ਤੋਂ ਵੱਡਾ ਦੁੱਖ ਜਨਮ ਮਰਨ ਦਾ ਦੁੱਖ ਹੀ ਹੈ। ਜਨਮ ਤੇ ਮਰਨ ਵਰਗਾ ਜਿਹੜਾ ਦੁੱਖ ਹੈ ਉਹ ਵੀ ਉਹਨਾਂ ਨੂੰ ਨਹੀਂ ਵਿਆਪਦਾ, ਜਿਨ੍ਹਾਂ ਨੇ ਇਹ ਜਾਣ ਲਿਆ ਕਿ ਉਹ ਅਕਾਲ ਪੁਰਖ ਪਰਮੇਸ਼ਰ ਸਾਡੇ ਸੀਸ ਉੱਤੇ ਹੈ। ਬੋਲ ਨਾ ਜਾਣੈ ਮਾਇਆ ਮਦ ਮਾਤਾ, ਮਰਨਾ ਚੀਤ ਨਾ ਆਵੈ। ਜਿਹੜੇ ਉਸ ਪਾਰ ਬ੍ਰਹਮ ਪਰਮੇਸ਼ਰ ਦੇ ਪ੍ਰੇਮ ਰੰਗ ਚ ਰੰਗੇ ਹੋਏ ਨੇ, ਉਹ ਮਾਇਆ ਦੇ ਨਸ਼ੇ ਵਿੱਚ ਮੱਤੇ ਹੋਏ ਹੰਕਾਰੀ ਬੋਲ ਬੋਲਣੇ ਨਹੀਂ ਜਾਣਦੇ। ਮਾਇਆ ਦੇ ਰੰਗ ਦੇ ਵਿੱਚ ਮੱਤੇ ਹੋਏ, ਮਾਇਆ ਦੇ ਨਸ਼ੇ ਵਿੱਚ ਮਸਤ ਹੋਏ, ਉਹ ਹੰਕਾਰ ਭਰੇ ਬੋਲ ਬੋਲਣੇ ਨਹੀਂ ਜਾਣਦੇ, ਔਰ ਨਾ ਹੀ ਉਹਨਾਂ ਦੇ ਅੰਦਰ ਮਰਨ ਦਾ ਸਹਿਮ ਹੈ। ਉਹ ਕਹਿੰਦੇ ਜਦੋਂ ਅਕਾਲ ਪੁਰਖ ਪਰਮੇਸ਼ਰ ਦਾ ਹੁਕਮ ਆਵੇ, ਸਾਡੀ ਤਾਂ ਉਦੋਂ ਹੀ ਤਿਆਰੀ ਕੀਤੀ ਹੋਈ ਹੈ। ਉਹਨਾਂ ਅੰਦਰ ਮਰਨ ਦਾ ਸਹਿਮ ਨਹੀਂ ਹੈ। ਮਰਨਾ ਚੀਤ ਨਾ ਆਵੇ, ਮਰਨ ਦਾ ਡਰ ਨਹੀਂ ਹੈ, ਮਰਨ ਦਾ ਖੌਫ ਨਹੀਂ ਹੈ, ਔਰ ਨਾ ਹੀ ਉਹ ਆਪਣੀ ਰਸਨਾ ਤੋਂ ਹੰਕਾਰ ਭਰੇ ਬੋਲ ਬੋਲਣੇ ਜਾਣਦਾ। ਦੂਸਰਾ ਅਰਥ ਏਦਾਂ ਵੀ ਮਹਾਂਪੁਰਸ਼ਾਂ ਨੇ ਕੀਤਾ ਹੈ ਕਿ ਜਿਹੜੇ ਮਾਇਆ ਦੇ ਨਸ਼ੇ ਵਿੱਚ ਮਸਤ ਲੋਕ ਨੇ, ਮਾਇਆ ਮਦ ਮਾਤਾ, ਮਾਇਆ ਦੇ ਨਸ਼ੇ ਵਿੱਚ ਮਸਤ ਨੇ, ਉਹ ਮਾਇਆ ਦੇ ਨਸ਼ੇ ਵਿੱਚ ਮਸਤ ਲੋਕ ਪਰਮੇਸ਼ਰ ਦੀ ਭਗਤੀ ਰੂਪੀ ਸਿਫਤ ਰੂਪੀ ਬੋਲ ਬੋਲਣੇ ਨਹੀਂ ਜਾਣਦੇ। ਉਹ ਆਪਣੀ ਜ਼ੁਬਾਨ ਤੋਂ ਅਕਾਲ ਪੁਰਖ ਦੀ ਸਿਫਤ ਨਹੀਂ ਕਰਦੇ, ਔਰ ਨਾ ਹੀ ਉਹਨਾਂ ਨੂੰ ਮਰਨ ਦਾ ਭੈ ਹੈ। ਮਰਨਾ ਉਹਨਾਂ ਨੂੰ ਚੇਤੇ ਨਹੀਂ, ਉਹ ਏਦਾਂ ਸਮਝਦੇ ਨੇ ਵੀ ਸਾਡੀ ਮੌਤ ਆਉਣੀ ਨਹੀਂ ਹੈ ਕਦੇ। ਏਦਾਂ ਨਿਡਰ ਹੋ ਕੇ ਉਹ ਮਨਮੁਖ ਤੇ ਸਾਖਤ ਲੋਕ ਫਿਰਦੇ ਤੇ ਵਿਚਰਦੇ ਹਨ। ਮੇਰੇ RAM ਰਾਈ ਤੂੰ ਸੰਤਾ ਕਾ ਸੰਤ ਤੇਰੇ। ਇਹ ਮੇਰੇ RAM ਰਾਜੇ, ਅਕਾਲ ਪੁਰਖ ਰਮਿਆ ਹੋਇਆ RAM ਹੈ, ਔਰ ਰਾਏ ਕਹਿੰਦੇ ਨੇ ਸਾਰੇ ਜਗਤ ਦਾ ਰਾਜਾ ਹੈ। ਤੁਮ ਹੋ ਸਭ ਰਾਜਨ ਕੇ ਰਾਜਾ। ਮਹਾਰਾਜ ਜੀ ਤੁਸੀਂ ਸਾਰੇ ਜਗਤ ਦੇ ਰਾਜੇ ਹੋ। ਹੇ ਮੇਰੇ RAM ਰਾਏ, ਤੁਸੀਂ ਸੰਤਾਂ ਦੇ ਹੋ ਔਰ ਸੰਤ ਤੁਹਾਡੇ ਹਨ। ਤੂੰ ਸੰਤਾਂ ਕਾ ਸੰਤ ਤੇਰੇ। ਮਹਾਰਾਜ ਤੁਸੀਂ ਸੰਤ ਜਨਾਂ ਦੇ ਹੋ ਔਰ ਸੰਤ ਤੁਹਾਡੇ ਹਨ। ਤੇਰੇ ਸੇਵਕ ਕਉ ਭਉ ਕਿਛ ਨਾਹੀ, ਜਮ ਨਹੀਂ ਆਵੈ ਨੇਰੇ। हे ਪ੍ਰਭੂ ਤੇਰੇ ਸੇਵਕ ਨੂੰ ਕਿਸੇ ਪ੍ਰਕਾਰ ਦਾ ਕੋਈ ਭਉ ਨਹੀਂ, ਡਰ ਨਹੀਂ। ਮਹਾਰਾਜ ਜੀ ਜਿਹੜੇ ਤੁਹਾਡੇ ਸੇਵਕ ਨੇ ਉਹਨਾਂ ਨੂੰ ਕੋਈ ਭਉ ਨਹੀਂ, ਡਰ ਉਹਨਾਂ ਨੂੰ ਹੈ ਜਿਹੜੇ ਉਸ ਅਕਾਲ ਪੁਰਖ ਦੇ ਸੇਵਕ ਨਹੀਂ ਹਨ।
ਪਰਮੇਸ਼ਰ ਦੇ ਸੇਵਕਾਂ ਨੂੰ ਕਾਹਦਾ ਭਉ ਕਾਹਦਾ ਡਰ, ਉਹ ਡਰ ਤੋਂ ਰਹਿਤ ਹੋ ਕੇ ਰਹਿੰਦੇ ਨੇ। ਸ਼ਰਮਦ ਫਕੀਰ ਖੜਾ ਹੈ, ਸਰੀਰ ਤੇ ਉਹਨੇ ਕੱਪੜੇ ਨਹੀਂ ਪਾਏ, ਬਿਲਕੁਲ ਨਗਨ ਹੈ। ਔਰੰਗਜ਼ੇਬ ਬਾਦਸ਼ਾਹ ਦੀ ਸਵਾਰੀ ਲੰਘ ਰਹੀ ਹੈ ਕੋਲੋਂ। ਕਿਸੇ ਨੇ ਆਖਿਆ ਉਹ ਤੈਨੂੰ ਡਰ ਨਹੀਂ, ਤੂੰ ਨਿਰਵਸਤਰ ਹੋ ਕੇ ਬਾਦਸ਼ਾਹ ਦੇ ਨੇੜੇ ਸਵਾਰੀ ਲੰਘ ਰਹੀ ਹੈ ਤੇ ਖੜਾ। ਉਹ ਕਹਿੰਦਾ ਡਰ ਕਾਹਦਾ, ਸ਼ਰਮ ਤਾਂ ਬਾਦਸ਼ਾਹ ਨੂੰ ਹੋਣੀ ਚਾਹੀਦੀ ਹੈ ਕਿ ਉਹਦੀ ਪ੍ਰਜਾ ਦੇ ਬੰਦਿਆਂ ਦੇ ਕੋਲ ਤਨ ਕੱਜਣ ਵਾਸਤੇ ਕੱਪੜਾ ਕੋਈ ਨਹੀਂ ਤੇ ਆਪ ਪਸ਼ਮੀਨੇ ਦੇ ਰੇਸ਼ਮ ਦੇ ਕੱਪੜੇ ਪਾ ਕੇ ਟੁਰਿਆ ਫਿਰਦਾ। ਲਾਹਨਤ ਹੈ ਇਹੋ ਜਿਹੇ ਬਾਦਸ਼ਾਹ ਤੇ ਵੀ ਉਹਦੇ ਨਗਰ ਦੇ ਵਿੱਚ ਰਹਿਣ ਵਾਲੇ ਲੋਕਾਂ ਕੋਲ ਤਨ ਕੱਜਣ ਨੂੰ ਕੱਪੜਾ ਕੋਈ ਨਹੀਂ। ਇਹ ਜ਼ਿੰਮੇਵਾਰੀ ਰਾਜੇ ਦੀ ਹੈ ਨਾ, ਬਾਦਸ਼ਾਹ ਦੀ ਹੁੰਦੀ ਹੈ ਕਿ ਮੇਰੀ ਪ੍ਰਜਾ ਸੁਖੀ ਵਸੇ। ਆਪ ਬਾਦਸ਼ਾਹ ਨੇ ਕੀਮਤੀ ਦੁਸ਼ਾਲੇ ਪਾਏ ਨੇ ਤੇ ਅਸੀਂ ਨਗਨ ਖੜੇ ਆ। ਕਹਿੰਦੇ ਡਰਨਾ ਤਾਂ ਉਹਨੂੰ ਚਾਹੀਦਾ, ਭੈ ਤਾਂ ਉਹਨੂੰ ਚਾਹੀਦਾ। ਜਦੋਂ ਇਹ ਗੱਲ ਬਾਦਸ਼ਾਹ ਦੇ ਕੰਨੀ ਪਈ, ਬਾਦਸ਼ਾਹ ਨੇ ਇੱਕ ਬੜਾ ਕੀਮਤੀ ਦੁਸ਼ਾਲਾ ਸੀ ਉਹ ਦੇ ਦਿੱਤਾ। ਕਹਿੰਦਾ ਆ ਲੈ, ਇਹਦੇ ਨਾਲ ਤਨ ਕੱਜ ਲੈ। ਬਾਦਸ਼ਾਹ ਨਮਾਜ਼ ਪੜ੍ਹ ਕੇ ਵਾਪਸ ਮੁੜਿਆ, ਸ਼ਰਬਤ ਫੇਰ ਉਸੇ ਤਰ੍ਹਾਂ ਹੀ ਖੜਾ। ਬਾਦਸ਼ਾਹ ਨੇ ਜਿਹੜਾ ਦੁਸ਼ਾਲਾ ਦਿੱਤਾ ਸੀ, ਸ਼ਰਬਤ ਨੇ ਸਿਰ ਤੇ ਲਪੇਟ ਲਿਆ। ਬਾਦਸ਼ਾਹ ਕਹਿੰਦਾ ਫਿਰ ਤੂੰ ਫੇਰ ਏਦਾਂ ਖੜਾ ਹੈ, ਸਿਰ ਤੇ ਬੰਨ ਲਿਆ, ਤਨ ਨਹੀਂ ਕੱਜਿਆ। ਕਹਿੰਦਾ ਬਾਦਸ਼ਾਹ ਤੈਨੂੰ ਸ਼ਰਮ ਚਾਹੀਦੀ ਹੈ ਵੀ ਤੂੰ ਐਡਾ ਵੱਡਾ ਬਾਦਸ਼ਾਹ ਹੈ, ਤੂੰ ਐਡਾ ਕੀਮਤੀ ਦੁਸ਼ਾਲਾ ਦੇਵੇਂ ਤੇ ਮੈਂ ਗੰਦੇ ਜੇ ਸਰੀਰ ਤੇ ਲਪੇਟ ਲਵਾਂ। ਮੈਂ ਤਾਂ ਤੇਰੇ ਦਿੱਤੇ ਦੁਸ਼ਾਲੇ ਦਾ ਸਤਿਕਾਰ ਕੀਤਾ, ਸਿਰ ਤੇ ਬੰਨ ਲਿਆ। ਤਨ ਕੱਜਣ ਵਾਸਤੇ ਤਾਂ ਹੋਰ ਦੇ, ਜਿਹਦੇ ਨਾਲ ਤਨ ਕੱਜ ਲਵਾਂ। ਕਹਿਣ ਤੋਂ ਭਾਵ ਕਿ ਰੱਜ ਕੇ ਕਰੂਰ ਬਾਦਸ਼ਾਹ ਔਰੰਗਜ਼ੇਬ, ਪਰ ਸ਼ਰਮਦ ਵਰਗੇ ਫਕੀਰ ਬੇਪਰਵਾਹੀ ਦੇ ਆਲਮ ਦੇ ਵਿੱਚ ਕੋਲ ਖੜੇ ਨੇ, ਕੋਈ ਭਉ ਨਹੀਂ। ਕਿਉਂਕਿ ਜਿਹੜੇ ਪਰਮੇਸ਼ਰ ਦੇ ਸੇਵਕ ਹੋ ਗਏ, ਉਹਨਾਂ ਨੂੰ ਕਿਸੇ ਵੀ ਪ੍ਰਕਾਰ ਦਾ ਭਉ ਤੇ ਡਰ ਨਹੀਂ ਵਿਆਪਦਾ। ਤੇਰੇ ਸੇਵਕ ਕੋ ਭਉ ਕਿਛ ਨਾਹੀ। ਹੇ ਪ੍ਰਭੂ, ਜਿਹੜੇ ਤੇਰੇ ਸੇਵਕ ਨੇ ਉਹਨਾਂ ਨੂੰ ਕਿਸੇ ਵੀ ਪ੍ਰਕਾਰ ਦਾ ਭਉ ਨਹੀਂ ਵਿਆਪਦਾ। ਜਮ ਨਹੀਂ ਆਵੈ ਨੇੜੇ, ਔਰ ਜਿਹੜੇ ਜਮ ਦੂਤ ਨੇ ਇਹ ਉਹਨਾਂ ਦੇ ਨੇੜੇ ਨਹੀਂ ਆਉਂਦੇ, ਜਮ ਉਹਨਾਂ ਦੇ ਨੇੜੇ ਨਹੀਂ ਆਉਂਦੇ। ਰਹਾਉ ਜੋ ਤੇਰਾ ਰੰਗ ਰਾਤੀ ਸੁਆਮੀ, ਤਿਨ ਕਾ ਜਨਮ ਮਰਨ ਦੁਖ ਨਾਸਾ। ਇਹ ਮੇਰੇ ਸੁਆਮੀ, ਜਿਹੜੇ ਤੇਰੇ ਪ੍ਰੇਮ ਦੇ ਰੰਗ ਵਿੱਚ ਰੱਤੇ ਗਏ ਹਨ, ਤਿਨਾਂ ਦਾ ਜਨਮ ਤੇ ਮਰਨ ਦਾ ਦੁੱਖ ਨਸ ਗਿਆ। ਤਿਨ ਕਾ ਜਨਮ ਮਰਨ ਦੁੱਖ ਨਾਸਾ। ਉਹ ਜਨਮ ਤੇ ਮਰਨ ਦੇ ਦੁੱਖ ਤੋਂ ਰਹਿਤ ਹੋ ਗਏ ਮਹਾਰਾਜ, ਜਿਹੜੇ ਤੁਹਾਡੇ ਪ੍ਰੇਮ ਦੇ ਰੰਗ ਵਿੱਚ ਰੱਤੇ ਗਏ। ਅਕਾਲ ਪੁਰਖ ਦੇ ਰੰਗ ਵਿੱਚ ਰੰਗੇ ਗਏ। ਪੁੱਛਿਆ ਅਕਾਲ ਪੁਰਖ ਦਾ ਰੰਗ ਕਿਹੜਾ ਹੈ? ਉਹ ਕਾਲਾ ਹੈ, ਨੀਲਾ ਹੈ, ਪੀਲਾ ਹੈ, ਚਿੱਟਾ ਹੈ, ਕਿਹੜਾ ਰੰਗ ਹੈ ਅਕਾਲ ਪੁਰਖ ਦਾ? ਤਾਂ ਮਹਾਰਾਜ ਜੀ ਕਹਿੰਦੇ ਪਰਮੇਸ਼ਰ ਦਾ ਰੰਗ ਹੈ ਉਹਦਾ ਪ੍ਰੇਮ। ਅਕਾਲ ਪੁਰਖ ਦਾ ਪ੍ਰੇਮ ਹੀ ਅਕਾਲ ਪੁਰਖ ਦਾ ਰੰਗ ਹੈ। ਤੇ ਜਿਹੜੇ ਪਰਮੇਸ਼ਰ ਦੇ ਇਹੋ ਜਿਹੇ ਰੰਗ ਵਿੱਚ ਰੰਗੇ ਗਏ ਨੇ, ਤਿਨਾਂ ਦਾ ਜਨਮ ਤੇ ਮਰਨ ਦਾ ਦੁੱਖ ਨਸ ਗਿਆ। ਉਹ ਜਨਮ ਮਰਨ ਦੇ ਦੁੱਖ ਤੋਂ ਰਹਿਤ ਹੋ ਗਏ। ਉਹਨਾਂ ਨੂੰ ਫਿਰ ਜਨਮ ਮਰਨ ਨਹੀਂ ਵਿਆਪਦਾ। ਉਹ ਜਨਮ ਮਰਨ ਦੇ ਦੁੱਖ ਤੋਂ ਛੁੱਟ ਗਏ, ਮੁਕਤ ਹੋ ਗਏ। ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜਦੋਂ ਸ੍ਰੀ ਪਟਨਾ ਸਾਹਿਬ ਤੋਂ ਵਾਪਸ ਪੰਜਾਬ ਪਰਤਣ ਲੱਗੇ ਤੇ ਮਹਾਰਾਜ ਜੀ ਦੇ ਘਰ ਦੇ ਨੇੜੇ ਇੱਕ ਬਜ਼ੁਰਗ ਮਾਈ ਰਹਿੰਦੀ ਸੀ, ਜਿਹੜੀ ਸੂਤਰ ਕੱਤਦੀ ਸੀ।
ਸਤਿਗੁਰੂ ਜੀ ਨੇ ਬਾਲ ਲੀਲਾ ਕਰਦਿਆਂ ਉਸ ਮਾਈ ਦੇ ਘਰ ਜਾਣਾ ਤੇ ਉਹਦੇ ਛਾਬੇ 'ਚ ਪਈਆਂ ਪੂਣੀਆਂ ਕੱਤੀਆਂ ਹੋਈਆਂ ਚੁੱਕ ਕੇ ਖਿਲਾਰ ਦੇਣੀਆਂ। ਮਾਈ ਨੇ ਹੱਥ ਵਿੱਚ ਸੋਟੀ ਫੜੀ ਹੋਣੀ, ਪਿੱਛੇ ਪਿੱਛੇ ਦੌੜਨਾ ਤੇ ਸਤਿਗੁਰਾਂ ਨੇ ਮਾਤਾ ਨੂੰ ਖਿਜਾ ਕੇ ਵਿਹੜੇ 'ਚ ਕਦੇ ਸੱਜੇ ਤੋਂ ਖੱਬੇ, ਖੱਬੇ ਤੋਂ ਸੱਜੇ ਉਹਨੂੰ ਦੜਾਉਣਾ। ਇਹ ਲੀਲਾ ਸਤਿਗੁਰੂ ਜੀ ਅਕਸਰ ਹੀ ਉਸ ਮਾਈ ਦੇ ਘਰ ਜਾ ਕੇ ਕਰਿਆ ਕਰਦੇ ਤੇ ਮਾਈ ਦੇ ਮਨ 'ਚ ਗੁਰੂ ਸਾਹਿਬ ਪ੍ਰਤੀ ਪ੍ਰੇਮ ਸੀ। ਉਹ ਵੀ ਜਾਣ ਬੁੱਝ ਕੇ ਛਾਬੇ ਦੇ ਵਿੱਚ ਪੂਣੀਆਂ ਰੱਖ ਛੱਡਿਆ ਕਰੇ ਵੀ ਆਉਣ ਬਾਲਾ ਪ੍ਰੀਤਮ ਤੇ ਇਹਨੂੰ ਖਿਲਾਰ ਦੇਣ, ਮੈਂ ਬਹਾਨੇ ਨਾਲ ਪਿੱਛੇ ਭੱਜਾਂ ਤੇ ਉਹਨਾਂ ਦੇ ਦਰਸ਼ਨ ਕਰਾਂ। ਜਦੋਂ ਸਤਿਗੁਰੂ ਜੀ ਵਾਪਸ ਆਉਣ ਲੱਗੇ ਤੇ ਮਾਈ ਛਾਬੇ 'ਚ ਪੂਣੀਆਂ ਪਾਈਆਂ ਤੇ ਸਤਿਗੁਰਾਂ ਦੇ ਸਨਮੁਖ ਆ ਖੜੀ, ਮਹਾਰਾਜ ਬਾਲਾ ਪ੍ਰੀਤਮ ਮੈਨੂੰ ਦਰਸ਼ਨ ਕਿਵੇਂ ਹੋਣਗੇ? ਕੌਣ ਆ ਕੇ ਪੂਣੀਆਂ ਖਿਲਾਰੇਗਾ ਤੇ ਮੈਂ ਪਿੱਛੇ ਭੱਜਾਂਗੀ ਛੂਛਕ ਲੈ ਕੇ। ਕਲਗੀਧਰ ਸਵਾਮੀ ਸੱਚੇ ਪਾਤਸ਼ਾਹ ਨੇ ਖਜ਼ਾਨਚੀ ਨੂੰ ਹੁਕਮ ਕੀਤਾ, ਮਾਤਾ ਨੂੰ ਖੁੱਲੀ ਮਾਇਆ ਦਵਾਈ, ਆਖਿਆ ਜਿੰਨਾ ਚਿਰ ਰਹੇਗੀ ਮਾਤਾ ਇਹ ਮਾਇਆ ਦੇ ਨਾਲ ਤੇਰਾ ਵਧੀਆ ਗੁਜ਼ਾਰਾ ਚੱਲ ਜਾਏਗਾ। ਨਾਲ ਬਚਨ ਕੀਤਾ, ਮਾਤਾ ਮਾਈ ਇਸ ਲੋਕ ਦੇ ਵਿੱਚ ਜਿੰਨਾ ਚਿਰ ਰਹੇਗੀ ਸੁਖੀ ਰਵੇਂਗੀ ਤੇ ਤੂੰ ਸਾਡੇ ਘਰ ਦੀ ਸੇਵਾ ਟਹਿਲ ਕੀਤੀ ਹੈ, ਗੁਰੂ ਚਰਨਾਂ ਨਾਲ ਪ੍ਰੇਮ ਕੀਤਾ ਹੈ, ਤੇਰਾ ਜਨਮ ਤੇ ਮਰਨ ਵੀ ਕੱਟਿਆ ਗਿਆ, ਹੁਣ ਤੈਨੂੰ ਮੁੜ ਕੇ ਸੰਸਾਰ 'ਚ ਜੰਮਣਾ ਨਹੀਂ ਪਵੇਗਾ, ਜਨਮ ਮਰਨ 'ਚ ਨਹੀਂ ਆਉਣਾ ਪਵੇਗਾ। ਇਹ ਦਾਤ ਕੇਵਲ ਸਤਿਗੁਰੂ ਜੀ ਦੇ ਸਕਦੇ ਨੇ। ਸਤਿਗੁਰੂ ਜੀ ਮੁਕਤੀ ਦਾ ਦਾਨ ਦੇ ਸਕਦੇ ਨੇ, ਜਿਹੜੇ ਆਪ ਮੁਕਤ ਨੇ ਉਹੀ ਮੁਕਤ ਕਰ ਸਕਦੇ ਨੇ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪ੍ਰੇਮ ਰੰਗ ਵਿੱਚ ਜਿਹੜੇ ਰੰਗੇ ਗਏ ਭਾਈ, ਉਹਨਾਂ ਦੇ ਜਨਮ ਤੇ ਮਰਨ ਦਾ ਦੁੱਖ ਨਸ ਗਿਆ, ਨਿਰਵਿਰਤ ਹੋ ਗਿਆ। ਤੇਰੀ ਬਖਸ਼ ਨ ਮਿਟੈ ਕੋਈ, ਸਤਿਗੁਰ ਕਾ ਦਿਲਾਸਾ। ਮਹਾਰਾਜ ਜੀ ਤੁਹਾਡੀ ਬਖਸ਼ਿਸ਼ ਮੇਟੀ ਨਹੀਂ ਜਾਂਦੀ। ਪਾਤਸ਼ਾਹ ਜਿਹੜੀ ਤੁਹਾਡੀ ਬਖਸ਼ਿਸ਼ ਹੈ ਉਹ ਕਦੇ ਕੋਈ ਮੇਟ ਨਹੀਂ ਸਕਦਾ। ਇਹ ਗੱਲ ਕੌਣ ਜਾਣਦਾ? ਜਿਹਨੂੰ ਸਤਿਗੁਰੂ ਜੀ ਨੇ ਦਿਲਾਸਾ ਦਿੱਤਾ, ਧੀਰਜ ਦਿੱਤਾ ਹੈ। ਜਾਂ ਇਦਾਂ ਕਹਿ ਲਈਏ ਜਿਹਦੇ ਅੰਦਰ ਸਤਿਗੁਰਾਂ ਦਾ ਦਿਲਾਸਾ ਭਰੋਸਾ ਹੈ ਨਾ, ਜਿਹੜੇ ਆਪਣੇ ਗੁਰੂ ਤੇ ਭਰੋਸਾ ਰੱਖਦੇ ਨੇ, ਸਤਿਗੁਰਾਂ ਤੇ ਭਰੋਸਾ ਰੱਖਦੇ ਨੇ, ਉਹਨਾਂ ਨੇ ਜਾਣ ਲਿਆ ਕਿ ਅਕਾਲ ਪੁਰਖ ਪਰਮੇਸ਼ਰ ਦੀ ਬਖਸ਼ਿਸ਼ ਨੂੰ ਕੋਈ ਮੇਟ ਨਹੀਂ ਸਕਦਾ। ਉਹਨਾਂ ਨੇ ਜਾਣਿਆ ਜਿਨ੍ਹਾਂ ਨੂੰ ਆਪਣੇ ਗੁਰੂ ਤੇ ਦਿਲਾਸਾ ਹੈ, ਆਪਣੇ ਗੁਰੂ ਤੇ ਭਰੋਸਾ ਹੈ। ਨਾਮ ਧਿਆਇਨ ਸੁਖ ਫਲ ਪਾਇਨ, ਆਠ ਪਹਿਰ ਆਰਾਧੈ। ਹੇ ਪ੍ਰਭੂ ਜਿਹੜੇ ਤੇਰੇ ਨਾਮ ਨੂੰ ਧਿਆਉਂਦੇ ਹਨ, ਆਪ ਜੀ ਦੇ ਅੰਮ੍ਰਿਤ ਨਾਮ ਨੂੰ ਧਿਆ ਕੇ ਗੁਰਮੁਖਾਂ ਨੇ ਸੁਖ ਫਲ ਦੀ ਪ੍ਰਾਪਤੀ ਕੀਤੀ। ਉਹ ਅੱਠੇ ਪੈਰ ਨਿਰੰਤਰ ਇੱਕ ਰਸ ਮਹਾਰਾਜ ਜੀ ਆਪ ਜੀ ਦੇ ਪਵਿੱਤਰ ਅੰਮ੍ਰਿਤ ਨਾਮ ਨੂੰ ਆਰਾਧਦੇ ਹਨ। ਤੇਰੀ ਸ਼ਰਨ ਤੇਰੇ ਪਰਵਾਸੈ, ਪੰਚ ਦੁਸ਼ਟ ਲੈ ਸਾਧੈ। ਮਹਾਰਾਜ ਜੀ ਤੇਰੇ ਪਿਆਰੇ ਗੁਰਮੁਖ ਜਨ ਤੇਰੀ ਸ਼ਰਨ ਵਿੱਚ ਨੇ ਤੇ ਉਹਨਾਂ ਨੂੰ ਤੇਰਾ ਭਰੋਸਾ ਹੈ। ਤੇਰੀ ਸ਼ਰਨ ਤੇਰਾ ਪ੍ਰਵਾਸਾ। ਮਹਾਰਾਜ ਜੀ ਤੁਹਾਡੀ ਸ਼ਰਨ 'ਚ ਪਏ, ਤੁਹਾਡੇ ਭਰੋਸੇ ਨਾਲ ਗੁਰਮੁਖ ਤੇ ਸਾਧਕ ਜਨ ਪੰਜ ਦੁਸ਼ਟਾਂ ਨੂੰ ਸਾਧ ਲੈਂਦੇ ਹਨ। ਪੰਜ ਦੁਸ਼ਟ ਲੈ ਸਾਧ ਹੈ, ਪੰਜ ਦੁਸ਼ਟਾਂ ਨੂੰ ਲੈ ਕਰਕੇ ਉਹਨਾਂ ਨੂੰ ਸਾਧ ਕੇ ਵਸ ਕਰ ਲੈਂਦੇ। ਪੰਜ ਦੂਤ ਕਿਹੜੇ ਨੇ? ਜਿਨ੍ਹਾਂ ਨੂੰ ਪੰਜ ਦੁਸ਼ਟ ਕਹਿ ਕੇ ਮਹਾਰਾਜ ਜੀ ਸੰਬੋਧਨ ਕਰ ਰਹੇ ਨੇ, ਉਹਨੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਇਹਨਾਂ ਪੰਜ ਦੁਸ਼ਟਾਂ ਨੂੰ ਗੁਰਮੁਖ ਸਾਧ ਕੇ ਆਪਣੇ ਵਸ ਵਿੱਚ ਕਰ ਲੈਂਦੇ ਹਨ, ਆਪਣੇ ਕਾਬੂ ਵਿੱਚ ਕਰ ਲੈਂਦੇ ਨੇ। ਉਹ ਇਹਨਾਂ ਦਾ ਗੁਲਾਮ ਨਹੀਂ ਹੁੰਦਾ ਜਿਹੜਾ ਗੁਰਮੁਖ ਹੈ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ। ਏ ਮੇਰੇ ਰੱਬ ਜੀ, ਨਾ ਤਾਂ ਮੈਨੂੰ ਇਹ ਪਤਾ ਵੀ ਗਿਆਨ ਕੀ ਹੈ, ਮੈਨੂੰ ਗਿਆਨ ਦੀ ਕੋਈ ਜਾਣਕਾਰੀ ਨਹੀਂ। ਨਾ ਮੈਨੂੰ ਇਹ ਪਤਾ ਵੀ ਧਿਆਨ ਕਿਵੇਂ ਲਾਉਣਾ,
ਮੈਨੂੰ ਧਿਆਨ ਦੀ ਵੀ ਕੋਈ ਜਾਣਕਾਰੀ ਨਹੀਂ, ਔਰ ਨਾ ਮੈਨੂੰ ਕੋਈ ਚੰਗਾ ਕਰਮ ਕਰਨਾ ਆਉਂਦਾ ਵੀ ਕਿਹੜਾ ਕਰਮ ਕਰਨਾ ਕਿਹੜਾ ਨਹੀਂ ਕਰਨਾ। ਮਹਾਰਾਜ ਇਹਦੀ ਵੀ ਮੈਨੂੰ ਕੋਈ ਸੋਝੀ ਨਹੀਂ। ਔਰ हे ਪ੍ਰਭੂ, ਮੈਂ ਇਹੋ ਜਿਹਾ ਅਲਪਾਗਾਂ ਕਿ ਮੈਂ ਤੇਰੀ ਸਾਰ ਵੀ ਨਹੀਂ ਜਾਣਦਾ। ਸਾਰ ਨਾ ਜਾਣਾ ਤੇਰੀ ਮਹਾਰਾਜ ਜੀ, ਮੈਂ ਤੁਹਾਡੀ ਸਾਰ ਨਹੀਂ ਜਾਣਦਾ। ਤੁਸੀਂ ਕਿਤਨੇ ਬੇਅੰਤ ਹੋ, ਅਥਾਹ ਹੋ, ਅਗੰਮ ਹੋ, ਅਟਲ ਹੋ। ਮਹਾਰਾਜ ਜੀ ਅਸੀਂ ਤੁਹਾਡੀ ਸਾਰ ਨਹੀਂ ਜਾਣਦੇ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਾਲ ਰਾਖੀ ਮੇਰੀ। 1 2 3 4 ਤੋਂ ਨਹੀਂ। हे ਸਤਿਗੁਰੂ ਗੁਰੂ ਨਾਨਕ ਸਾਹਿਬ, ਤੁਸੀਂ ਸਭ ਤੋਂ ਵੱਡੇ ਹੋ, ਸਭ ਤੋਂ ਵੱਡੇ। ਸਭ ਤੋਂ ਵੱਡੇ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ, ਜਿਨ੍ਹਾਂ ਨੇ ਤਰਸ ਕਰਕੇ ਮੇਰੀ ਪੈਜ ਰੱਖ ਲਈ। ਕੱਲ ਦਾ ਮਤਲਬ ਹੋਵੇਗਾ ਪੈਜ, ਪੱਤ। ਮਹਾਰਾਜ ਜੀ ਤੁਸੀਂ ਤਰਸ ਕੀਤਾ, ਦਇਆ ਕੀਤੀ ਹੈ, ਮੇਰੀ ਪੈਜ ਰੱਖ ਲਈ ਹੈ। ਸਭ ਤੋਂ ਵੱਡੇ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ, ਜਿਨ੍ਹਾਂ ਨੇ ਸਾਡੀ ਪੈਜ ਰੱਖੀ ਹੈ, ਪੱਤ ਰੱਖੀ ਹੈ।